ਸ਼ਲੋਕ ਥਾਕੇ ਸੰਚ ਸੰਚ ਸਾਖਤ ਮੂਏ ਨਾਨਕ ਮਾਇਆ ਨਾ ਸਾਥ। ਪੌੜੀ ਥੱਥਾ ਥਿਰ ਕੋ ਨਹੀਂ ਕਾਏ ਪਸਾਰੋ ਪਾਵ। ਅਨਿਕ ਬੰਚ ਬਲ ਛਲ ਕਰੋ ਮਾਇਆ ਏਕਿ ਉਪਾਵ। ਥੈਲੀ ਸੰਚੋ ਸ਼ਰਮ ਕਰੋ ਥਾਕ ਪਰੋ ਗਾਵਾਰ। ਮਨ ਕੈ ਕਾਮ ਨ ਆਵਈ ਅੰਤੇ ਅਵਸਰ ਬਾਰ। ਥਿਤ ਪਾਵੋ ਗੋਬਿੰਦ ਭਜੋ ਸੰਤਾਂ ਕੀ ਸਿੱਖ ਲੇਹ। ਪ੍ਰੀਤ ਕਰੋ ਸਦ ਏਕ ਸਿਉ ਯਾ ਸਾਚਾ ਅਸਨੇਹ। ਕਾਰਨ ਕਰਨ ਕਰਾਵਣੋ ਸਭ ਬਿਦ ਏਕੈ ਹਾਥ। ਜਿਤ ਜਿਤ ਲਾਵੋ ਤਿਤ ਤਿਤ ਲੱਗੈ ਨਾਨਕ ਜੰਤ ਅਨਾਥ। ਕਾਰਨ ਕਰਨ ਕਰਾਵਣੋ ਸਭ ਬਿਦ ਏਕੈ ਹਾਥ। ਜਿਤ ਜਿਤ ਲਾਵੋ ਤਿਤ ਤਿਤ ਲੱਗੈ ਨਾਨਕ ਜੰਤ ਅਨਾਥ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ। ਹਜ਼ੂਰ ਨੇ ਰਹਿਮਤ ਬਖਸ਼ਿਸ਼ ਕੀਤੀ, ਪਾਵਨ ਗੋਦ ਅੰਦਰ ਸੱਜ ਬੈਠਣ ਦਾ ਸੁਭਾਗ ਬਖਸ਼ਿਆ। ਅੱਜ ਦਾ ਪਾਵਨ ਬਚਨ ਜੋ ਸਾਹਿਬ ਨੇ ਸਾਡੇ ਸਨਮੁਖ ਰੱਖਿਆ 257 ਅੰਕ ਪਰ ਸੁਭਾਈਮਾਨ ਹੈ। ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਗੌੜੀ 52 ਅੱਖਰੀ ਵਿੱਚੋਂ ਹਜ਼ੂਰ ਦਾ ਇਹ ਸ਼ਲੋਕ ਪੌੜੀ ਸਹਿਤ 33ਵੀਂ ਪੌੜੀ ਹੈ। ਸਾਹਿਬ ਨੇ ਬੜੀ ਪਿਆਰੀ ਗੱਲ ਸਾਨੂੰ ਸਮਝਾਈ। ਜਿਸ ਦੇ ਅਧੀਨ ਹਜ਼ੂਰ ਕਹਿੰਦੇ ਸਾਰਾ ਸੰਸਾਰ ਹੈ, ਜਿਸ ਮਾਇਆ ਨੇ ਸਾਰਿਆਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ ਤੇ ਜਿਸ ਵਾਸਤੇ ਇੰਨੀ ਮਸ਼ੱਕਤ ਮਿਹਨਤ ਇੰਨੀ ਘਾਲਣਾ ਕਰੀਦੀ ਹੈ, ਉਹ ਸਾਡੇ ਨਾਲ ਕਿੱਥੋਂ ਤੱਕ ਨਿਭਦੀ ਹੈ। ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਹਜ਼ੂਰ ਆਖਦੇ ਸ਼ਲੋਕ ਥਾਕੇ ਬਹੁ ਬਿਦ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਥੱਕ ਜਾਂਦੇ ਨੇ ਘਾਲਣਾ ਘਾਲਦੇ ਤੇ ਸਤਿਗੁਰ ਨੇ ਇਹਦੀ ਵਿਆਖਿਆ ਜਦੋਂ ਪੌੜੀ ਅੰਦਰ ਕੀਤੀ ਹੈ, ਕਿਉਂਕਿ ਅਸੀਂ ਜਦੋਂ ਵਿਚਾਰ ਕਰਦੇ ਹਾਂ ਤੇ
ਸਮਝਦੇ ਹਾਂ ਕਿ ਪੌੜੀ ਤੋਂ ਜਿਹੜੀ ਬਾਣੀ ਸ਼ਲੋਕ ਪੌੜੀ ਦੇ ਸਮੇਤ ਹੁੰਦੀ ਹੈ, ਉਹਦੇ 'ਚ ਜਿੰਨੀਆਂ ਵੀ ਪੌੜੀਆਂ ਨੇ ਉਹ ਉਸ ਗੁਰੂ ਸਾਹਿਬਾਨ ਦੀਆਂ ਹੁੰਦੀਆਂ ਨੇ ਜਿਸ ਗੁਰੂ ਸਾਹਿਬ ਜੀ ਨੇ ਉਸ ਬਾਣੀ ਦੀ ਰਚਨਾ ਕੀਤੀ ਹੈ। ਖੈਰ, ਇਹ 52 ਅੱਖਰੀ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਰਚਨਾ ਹੈ। ਤੇ ਸਾਹਿਬ ਨੇ ਕਿਰਪਾ ਕੀਤੀ, ਕਹਿਣ ਲੱਗੇ ਥਾਕੇ ਬਹੁ ਬਿਦ ਘਾਲ ਤੇ ਤ੍ਰਿਪਤ ਨਾ ਤ੍ਰਿਸ਼ਨਾ ਲਾਥ। ਨਾ ਤੇ ਕਹਿਣ ਲੱਗੇ ਤ੍ਰਿਪਤ ਹੋਏ ਤੇ ਨਾ ਤ੍ਰਿਸ਼ਨਾ ਲੱਥੀ। ਥੱਕ ਗਏ ਘਾਲਣਾ ਘਾਲਦੇ ਘਾਲਦੇ, ਮਿਹਨਤ ਕਰਦੇ ਕਰਦੇ, ਮੁਸ਼ੱਕਤ ਬੜੀ ਕੀਤੀ ਹੈ। ਸੰਚ ਸੰਚ ਸਾਕਤ ਮੂਏ ਨਾਨਕ ਮਾਇਆ ਨਾ ਸਾਥ। ਹੇ ਨਾਨਕ, ਇਹ ਮਾਇਆ ਨਾਲ ਚੱਲਣ ਵਾਲੀ ਨਹੀਂ ਸੀ, ਪਰ ਜਿਹੜੇ ਰੱਬ ਤੋਂ ਟੁੱਟੇ ਹੋਏ ਸਨ, ਉਹ ਸਾਕਤ ਜਿਨ੍ਹਾਂ ਦੇ ਜੀਵਨ ਵਿੱਚ ਹਰੀ ਰਸ ਨਹੀਂ, ਆਨੰਦ ਨਹੀਂ, ਉਹਨਾਂ ਨੇ ਇਹਨੂੰ ਇਕੱਠਿਆਂ ਬਹੁਤ ਕੀਤਾ, ਪਰ ਕਹਿਣ ਲੱਗੇ ਤ੍ਰਿਪਤ ਨਹੀਂ ਹੋਏ। ਜਿਸ ਵੇਲੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਫਕੀਰ ਨੇ ਪੁੱਛਿਆ ਸੀ, ਕਹਿਣ ਲੱਗੇ ਤੁਹਾਨੂੰ ਗੁਰੂ ਆਖਦੇ ਨੇ ਪਰ ਤੁਸੀਂ ਗ੍ਰਸਤੀ ਹੋ, ਤੁਹਾਡੇ ਕੋਲ ਫੌਜ ਹੈ, ਤੁਹਾਡੇ ਕੋਲ ਧਨ ਦੌਲਤ ਹੈ। ਤੇ ਸਾਹਿਬ ਨੇ ਉਸ ਵੇਲੇ ਦਾਦੂ ਫਕੀਰ ਨੂੰ ਬੜੀ ਪਿਆਰੀ ਬਾਤ ਆਖੀ ਸੀ, ਸਾਡੇ ਇਤਿਹਾਸ ਵਿੱਚ ਦਰਜ ਹੈ। ਆਖਣ ਲੱਗੇ ਸੀ ਦਾਦੂ ਫਕੀਰ, ਔਰਤ ਜਿਹੜੀ ਹੈ ਨਾ ਉਹ ਈਮਾਨ ਹੈ, ਜਿਹੜਾ ਪੁੱਤਰ ਹੈ, ਧੀਆਂ ਪੁੱਤਰ ਨੇ ਉਹ ਨਿਸ਼ਾਨ ਨੇ, ਤੇ ਜਿਹੜੀ ਦੌਲਤ ਹੈ, ਮਾਇਆ ਹੈ, ਹੋਰ ਸਾਰਾ ਕੁਝ ਹੈ, ਇਹ ਗੁਜਰਾਨ ਹੈ। ਜੇ ਤੇ ਇਦਾਂ ਸਾਨੂੰ ਸਮਝ ਲੱਗ ਜਾਏ, ਔਰਤ ਈਮਾਨ, ਪੁੱਤਰ ਨਿਸ਼ਾਨ ਤੇ ਦੌਲਤ ਗੁਜ਼ਰਾਨ, ਤੇ ਜੀਵਨ ਸੁਖੀ ਹੋ ਜਾਂਦਾ ਹੈ। ਤੇ ਜੇ ਅਸੀਂ ਇਸ ਦੌਲਤ ਦੀ, ਇਸ ਮਾਇਆ ਦੀ ਚਕਾਚੌਂਧ ਅੰਦਰ ਹਉਮੈ ਦੀ ਗ੍ਰਿਫਤ ਵਿੱਚ ਹਾਂ, ਤੇ ਹੋ ਸਕਦਾ ਅਸੀਂ ਆਪਣੇ ਆਸ-ਪਾਸ ਵੀ ਇੱਦਾਂ ਦਾ ਮਾਹੌਲ ਨਾ ਸਿਰਜ ਸਕੀਏ, ਪਰਿਵਾਰ ਅੰਦਰ ਵੀ ਇੱਦਾਂ ਦਾ ਮਾਹੌਲ ਨਾ ਸਿਰਜ ਸਕੀਏ ਜਿੱਥੇ 4 ਜਾਣੇ ਇਕੱਠੇ ਬੈਠ ਕੇ ਆਪਸੀ ਵਾਰਤਾਲਾਪ ਕਰ ਸਕਣ। ਕਿਉਂਕਿ ਚੀਜ਼ ਐਸੀ ਹੈ, ਕਿਸੇ ਵਪਾਰੀ ਦਾ ਹੀਰਾ ਜਿਹੜਾ ਸੀ ਉਹ ਚੂਹੇ ਨੇ ਖਾ ਲਿਆ ਤੇ ਬੜਾ ਪਰੇਸ਼ਾਨ। ਉਹਨੇ ਉਹ ਸ਼ਿਕਾਰੀ ਨੂੰ ਸੱਦਿਆ, ਕਹਿਣ ਲੱਗਾ ਕਿ ਜਿਹੜੇ ਚੂਹੇ ਨੇ ਨਾ ਫੜ ਕੇ ਤੇ ਜਿਹਨੇ ਹੀਰਾ ਖਾਧਾ ਉਹਦੇ ਪੇਟ ਚੋਂ ਆਪਾਂ ਕੱਢਣਾ ਹੈ। ਉਹ ਸਾਰੇ ਜਿੱਦਾਂ ਉਹਨੇ ਸ਼ਿਕਾਰੀ ਨੇ ਇਕੱਠੇ ਕੀਤੇ ਤੇ ਇੱਕ ਉਹ ਗੁੱਠੇ ਲੱਗ ਕੇ ਬੈਠਾ ਸੀ। ਉਹ ਕਹਿਣ ਲੱਗਾ ਕਿ ਸ਼ਾਹ ਹੀਰਾ ਤੇਰਾ ਉਹਦੇ ਕੋਲ ਹੈ। ਉਹਨੂੰ ਫੜਿਆ, ਹੀਰਾ ਨਿਕਲਿਆ। ਉਹਨੇ ਪੁੱਛਿਆ, ਕਹਿਣ ਲੱਗਾ ਤੈਨੂੰ ਕਿਵੇਂ ਪਤਾ ਲੱਗਾ? ਉਹ ਕਹਿੰਦਾ ਵੇਖੋ, ਫਿਤਰਤ ਹੈ, ਸੁਭਾਅ ਹੈ, ਜਿਹਦੇ ਕੋਲ 4 ਦਮੜੇ ਵੱਧ ਆ ਜਾਂਦੇ ਨੇ ਨਾ, ਉਹ ਦੂਜਿਆਂ ਨਾਲੋਂ ਵੱਖਰਾ ਹੋ ਕੇ ਬਹਿ ਜਾਂਦਾ ਹੈ। ਉਹਨੂੰ ਇਦਾਂ ਲੱਗਦਾ ਕਿ ਹੁਣ ਮੈਂ ਇਹਨਾਂ ਨਾਲੋਂ ਤਗੜਾ, ਮੇਰੇ ਕੋਲ 4 ਛਿੱਲੜ ਜ਼ਿਆਦਾ ਨੇ, ਇਸ ਕਰਕੇ ਮੇਰਾ ਇਹਨਾਂ ਨਾਲ ਕੋਈ ਮੇਲ ਨਹੀਂ, ਤਾਂ ਕਰਕੇ ਉਹ ਉਹਨਾਂ ਨਾਲੋਂ ਵੱਖਰਾ ਹੋ ਜਾਂਦਾ ਹੈ। ਤੇ ਸਾਹਿਬ ਨੇ ਕਿਰਪਾ ਕੀਤੀ। ਹਜ਼ੂਰ ਆਖਦੇ ਜੇ ਇਹ ਗੱਲ ਸਮਝ ਆ ਜਾਏ, ਹੁਣ ਮਿਹਨਤ ਬੜੀ, ਮੁਸ਼ੱਕਤ ਬੜੀ ਕੀਤੀ, ਘਾਲਣਾ ਬੜੀ ਘਾਲੀ ਹੈ, ਥੱਕ ਗਏ ਘਾਲਣਾ ਘਾਲਦੇ ਘਾਲਦੇ,
ਥਾਕੇ ਬਹੁ ਬਿਦ ਘਾਲ ਤੇ। ਬੜੀਆਂ ਵਿਧੀਆਂ ਬੜੇ ਤਰੀਕੇ ਅਪਣਾਏ ਗਏ, ਤ੍ਰਿਪਤ ਨਾ ਪਰ ਰੱਜੇ ਨਹੀਂ। ਹੁਣ ਸਾਹਿਬ ਕਹਿੰਦੇ ਰੱਜਣਾ ਕਿਹਦੇ ਨਾਲ ਸੀ? ਇੰਨਾ ਕੁਝ ਸੰਸਾਰ ਅੰਦਰ ਵੇਖਿਆ ਅੱਖਾਂ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਖਿਆ, ਬਾਣੀ 'ਚ ਸਾਹਿਬ ਨੇ ਜ਼ਿਕਰ ਕੀਤਾ ਤੇ ਕਹਿਣ ਲੱਗੇ, ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਬੜੇ ਰੰਗ ਤਮਾਸ਼ੇ ਸੰਸਾਰ ਵਿੱਚ ਵੇਖੇ ਜਦੋਂ ਤੋਂ ਸੁਰਤ ਸੰਭਾਲੀ। ਕੰਨਾਂ ਨੇ ਬੜਾ ਕੁਝ ਸੁਣਿਆ ਪਰ ਅੱਜ ਤੱਕ ਤ੍ਰਿਪਤ ਹੋਏ। ਬੜੀਆਂ ਸੁਗੰਧੀਆਂ ਇਸ ਨਾਸ ਰਾਹੀਂ ਲਈਆਂ ਪਰ ਕੀ ਤ੍ਰਿਪਤੀ ਆਈ? ਇਹਨਾਂ ਕੁਝ ਖਾਧਾ ਹੰਡਾਇਆ, ਬਾੜੀ ਆਖ ਦੀ ਦੰਦ ਰਹਿ ਗਏ, ਹੁਣ ਕੁਝ ਖਾਧਾ ਨਹੀਂ ਜਾਂਦਾ ਪਰ ਫਿਰ ਵੀ ਅੰਦਰ ਉਹ ਲਾਲਸਾ ਹੈ। ਭੋਜਨ ਕੀਤਾ ਹੋਇਆ ਕੋਈ ਪਦਾਰਥ ਸਾਹਮਣੇ ਆਇਆ, ਵੇਖਿਆ ਤੇ ਫਿਰ ਮਨ ਵਿੱਚ ਲਾਲਚ ਜਾਗਿਆ, ਲਾਲਸਾ ਜਾਗੀ ਕਿ ਇਹ ਵੀ ਖਾ ਹੀ ਲਿਆ ਜਾਏ। ਕੰਨਾਂ ਨੇ ਪਤਾ ਨਹੀਂ ਕਿੰਨਾ ਕੁਝ ਸੁਣਿਆ ਅੱਜ ਤੱਕ, ਅਵਸਥਾ ਬਿਰਧ ਹੋ ਗਈ ਪਰ ਅਜੇ ਵੀ ਲਾਲਸਾ ਕਿ ਪਤਾ ਨਹੀਂ ਕੋਈ ਕਿਹਦੀ ਗੱਲ ਕਰ ਰਿਹਾ, ਮੇਰੇ ਕੰਨਾਂ ਤੱਕ ਵੀ ਪੈ ਹੀ ਜਾਏ। ਅੱਖਾਂ ਨੇ ਬੜਾ ਕੁਝ ਵੇਖਿਆ ਹੈ ਪਰ ਅਜੇ ਵੀ ਉਹ ਰੱਜੀਆਂ ਨਹੀਂ। ਰੋਣੇ ਹਾਸੇ ਕੰਨਾਂ ਨੇ ਸੁਣੇ ਤੇ ਭਾਈ ਸਾਹਿਬ ਜੀ ਨੇ ਆਖਿਆ, ਫਿਰ ਰੱਜਣ ਕਿਵੇਂ? ਇੱਕ ਉਸ ਪਿਆਰੇ ਦਾ ਨਾਮ ਹੈ, ਇੱਕ ਉਸ ਪਿਆਰੇ ਦੀ ਯਾਦ ਹੈ ਜਿਹੜੀ ਇਸ ਜੀਵਨ ਨੂੰ ਤ੍ਰਿਪਤ ਕਰ ਦਿੰਦੀ ਹੈ। ਤੇ ਐਸੀਆਂ ਇਤਿਹਾਸਕ ਘਟਨਾਵਾਂ ਨੇ, ਅਸੀਂ ਜਦੋਂ ਪੜ੍ਹਦੇ ਹਾਂ ਕਿ ਗੁਰੂ ਦੇ ਕੋਲ ਸਿੱਖ ਆਉਂਦਾ, ਉਹ ਕੋ ਨਜ਼ਰਾਨਾ ਲੈ ਕੇ ਆਉਂਦਾ ਤੇ ਸਾਹਿਬ ਤਰੁੱਠ ਕੇ ਆਖਦੇ ਨੇ, ਕੀ ਚਾਹੀਦਾ ਹੈ? ਮੰਗ ਤੈਨੂੰ ਦੁਨੀਆ ਦੀ ਹਰ ਸ਼ੈ ਤੇਰੀ ਝੋਲੀ 'ਚ ਪਾ ਦਈਏ। ਉਹ ਅੱਗੋਂ ਹੱਥ ਜੋੜ ਕੇ ਕਹਿੰਦਾ, ਸਾਹਿਬ ਤੇਰੇ ਦਰਸ਼ਨ ਹੋ ਗਏ ਨੇ, ਇਹਦੇ ਤੋਂ ਵੱਧ ਮੈਨੂੰ ਕੋਈ ਭੁੱਖ ਨਹੀਂ ਹੈ। ਤੂੰ ਇੰਨਾ ਕੁਝ ਬਖਸ਼ਿਆ, ਇਹ ਜੀਵਨ ਨਿਰਵਾਹ ਤੇ ਚੱਲੀ ਜਾਣਾ ਹੈ ਪਰ ਤੂੰ ਦੀਦਾਰ ਬਖਸ਼ੇ ਨੇ, ਤੂੰ ਦਰਸ਼ਨ ਬਖਸ਼ੇ ਨੇ, ਇਹਦੇ ਤੋਂ ਵੱਡੀ ਮੇਰੇ ਕੋਲ ਕੋਈ ਭੁੱਖ ਨਹੀਂ ਹੈ। ਮੈਂ ਤ੍ਰਿਪਤ ਹੋ ਗਿਆ। ਇੱਥੇ ਬੜੇ ਯਤਨ ਕੀਤੇ, ਸੰਚ ਸੰਚ ਸਾਕਤ ਮੂਏ। ਸੰਚ ਦਾ ਮਤਲਬ ਹੈ ਇਕੱਠਿਆਂ ਕਰਨਾ, ਇਕੱਠਾ ਕੀਤਾ। ਕਿਉਂ ਇਕੱਠਾ ਕੀਤਾ ਜੀ? ਗੁਜ਼ਰਾਨ ਤੱਕ ਤੇ ਠੀਕ ਹੈ ਪਰ ਹੋਰ ਇਕੱਠਾ ਕੀਤਾ ਕਿਉਂ? ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਆਖਦੇ, ਸਾਕਤ ਸਨ। ਰੱਬ ਦੀ ਯਾਦ ਕੋਲ ਨਹੀਂ ਹੈ, ਇਸ ਕਰਕੇ ਸਾਰਾ ਧਿਆਨ ਇਸ ਪਾਸੇ ਵੱਲ ਦਿੱਤਾ ਕਿ ਜੋ ਕੁਝ ਆਉਂਦਾ ਉਹਨੂੰ ਇਕੱਠਿਆਂ ਕਰ ਲਓ। ਨਾਨਕ ਮਾਇਆ ਨਾ ਸਾਥ। ਹੇ ਨਾਨਕ, ਇਹ ਮਾਇਆ ਸਾਥ ਜਾਣ ਵਾਲੀ ਨਹੀਂ। ਤੇ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਬੜੀ ਪਿਆਰੀ ਪਰਿਭਾਸ਼ਾ ਮਾਇਆ ਦੀ ਦਿੱਤੀ ਹੈ। ਇਹ ਮਾਇਆ ਜਿਤ ਹਰ ਵਿਸਰੇ, ਮੋਹ ਉਪਜੈ ਭਾਉ ਦੂਜਾ ਲਾਇਆ। ਇਕੱਲੇ ਪੈਸੇ ਨਹੀਂ, ਸਾਹਿਬ ਕਹਿੰਦੇ ਦੁਨੀਆ ਦੀ ਹਰ ਉਹ ਚੀਜ਼ ਮਾਇਆ ਹੈ ਜਿਹੜੀ ਬੰਦੇ ਕੋਲ ਆਵੇ ਤੇ ਉਹਨੂੰ ਰੱਬ ਭੁੱਲ ਜਾਏ। ਮਨੁੱਖ ਕੋਲ ਆਵੇ ਤੇ ਉਹਨੂੰ ਆਪਣਾ ਪਿਆਰਾ ਚੇਤੇ ਚੋਂ ਵਿਸਰ ਜਾਏ।
ਉਹ ਹਰ ਚੀਜ਼ ਮਾਇਆ ਹੈ। ਹੁਣ ਇਹ ਜਿਹੜੀ ਪੋਟਲੀ ਇਕੱਠੀ ਕੀਤੀ ਹੈ ਤੇ ਸਤਿਗੁਰ ਦੀ ਬਾਣੀ ਨੇ ਆਖਿਆ, ਪਹਿਲਾਂ ਸਮਿਆਂ 'ਚ ਲੋਕ ਜਦੋਂ ਸਾਧਨ ਨਹੀਂ ਸਨ ਹੁੰਦੇ, ਜਦੋਂ ਉਹਨਾਂ ਕੋਲ ਅੱਜ ਵਰਗੇ ਬੈਗ ਇਹਨਾਂ ਦੀਆਂ ਸਹੂਲਤਾਂ ਨਹੀਂ ਹੁੰਦੀਆਂ ਸੀ, ਤੇ ਉਹ ਗੱਠੜੀਆਂ ਬੰਨ੍ਹਦੇ ਹੁੰਦੇ ਸਨ ਸਮਾਨ ਦੀਆਂ। ਉਹਨਾਂ ਨੇ ਗੱਠੜੀਆਂ ਬੰਨ੍ਹ ਕੇ ਸਿਰ ਤੇ ਰੱਖਣੀਆਂ ਤੇ ਤੁਰ ਕੇ ਪੈਂਡਾ ਤੈਅ ਕਰਨਾ। ਤੇ ਸੁਭਾਵਿਕ ਹੈ, ਜਿੰਨੀ ਭਾਰੀ ਪੰਡ ਹੋਏਗੀ, ਜਿੰਨੀ ਭਾਰੀ ਗੱਠੜੀ ਸਿਰ ਤੇ ਰੱਖੀ ਹੈ, ਉਹਨਾਂ ਤੁਰਨਾ ਔਖਾ। ਜਿੰਨੀ ਪੰਡ ਹੌਲੀ ਹੈ, ਉਹਨਾਂ ਤੁਰਨਾ ਸੌਖਾ। ਬਾਬਾ ਫਰੀਦ ਸਾਹਿਬ ਜੀ ਨੇ ਆਖਿਆ, ਕਹਿਣ ਲੱਗੇ, ਇਹ ਪੰਡ ਜਿਹੜੀ ਮੈਂ ਬੰਨ੍ਹ ਕੇ ਸਿਰ ਤੇ ਰੱਖੀ ਹੈ ਨਾ, ਮੈਨੂੰ ਤੁਰਨ ਨਹੀਂ ਦਿੰਦੀ, ਕਿਉਂਕਿ ਇਹਦੇ 'ਚ ਬੜਾ ਕੁਝ ਹੈ। ਇਹਦੇ 'ਚ ਮੈਂ ਦਵੈਕ, ਈਰਖਾ, ਨਿੰਦਿਆ, ਚੁਗਲੀ, ਪਤਾ ਨਹੀਂ ਕੀ ਕੀ ਕੁਝ ਇਕੱਠਾ ਕਰਕੇ ਸਿਰ ਤੇ ਰੱਖਿਆ। ਕਿਹਦਾ ਭਾਰ ਮੈਂ ਰੱਖਿਆ ਹੋਇਆ ਸਿਰ ਤੇ, ਪਤਾ ਨਹੀਂ। ਉਸ ਬੰਦੇ ਦੀ ਗੱਲ ਜਿਹਦੀ ਮੈਂ ਅਜੇ ਵੀ ਆਪਣੇ ਜ਼ਿਹਨ 'ਚ ਰੱਖੀ, ਉਹਨੂੰ ਪਤਾ ਨਹੀਂ ਕਦੋਂ ਦੀ ਚੇਤੇ ਭੁੱਲ ਗਈ ਹੋਣੀ ਹੈ, ਪਰ ਮੈਂ ਰੱਖੀ ਹੈ ਸਾਂਭ ਕੇ। ਉਹ ਭਾਰ ਮੈਂ ਰੱਖਿਆ ਹੈ। ਕਿਵੇਂ ਤੁਰਿਆ ਜਾਏਗਾ? ਪੌੜੀ 'ਚ ਸਾਹਿਬ ਨੇ ਕਿਰਪਾ ਕੀਤੀ, ਥੱਥਾ ਥਿਰ ਕੋ ਨਹੀਂ, ਕਾਏ ਪਸਾਰੋ ਪਾਮ। ਕਿਉਂ ਪੈਰ ਪਸਾਰਦਾ? ਇੱਥੇ ਕੋਈ ਥਿਰ ਹੈ, ਇੱਥੇ ਕੋਈ ਸਦਾ ਰਹਿਣ ਵਾਲਾ ਹੈ, ਕੋਈ ਐਸਾ ਹੈ ਜਿਹੜਾ ਇਹ ਆਖੇ ਕਿ ਮੈਂ ਹੁਣ ਇੱਥੋਂ ਜਾਣਾ ਨਹੀਂ। ਜੇ ਇਹ ਗੱਲ ਹੋਵੇ ਤੇ ਸਾਹਿਬ ਕਹਿੰਦੇ ਫਿਰ ਤੇ ਚੰਗਾ ਵੀ ਲੱਗਦਾ ਕੁਝ ਇਕੱਠਿਆਂ ਕਰਦਾ, ਕਿ ਆਪਾਂ ਕਿਹੜਾ ਕਿਤੇ ਜਾਣਾ, ਇੱਥੇ ਹੀ ਆ। ਤੇ ਜੇ ਤੈਨੂੰ ਇਹ ਪਤਾ ਕਿ ਇੱਥੇ ਕੋਈ ਥਿਰ ਰਹਿਣ ਵਾਲਾ ਨਹੀਂ, ਇੱਥੋਂ ਸਾਰੇ ਚਲੇ ਜਾਣੇ ਨੇ, ਤੁਰਨ ਵਾਲੇ ਨੇ, ਇੱਕ ਚਲੇ ਗਏ, ਇੱਕ ਤਿਆਰ ਬੈਠੇ ਨੇ, ਤੇ ਇੱਕ ਨਾ ਨੇ ਪਿੱਛੇ ਤਿਆਰੀ ਕੀਤੀ ਹੋਈ ਹੈ। ਥੱਥਾ ਥਿਰ ਕੋ ਨਹੀਂ, ਕਾਏ ਪਸਾਰੋ ਪਾਮ। ਅਨਿਕ ਬੰਚ ਬਲ ਛਲ ਕਰੋ, ਮਾਇਆ ਏਕ ਉਪਾਵ। ਮਾਇਆ ਦੇ ਉਪਾਅ ਵਾਸਤੇ ਸਾਹਿਬ ਕਹਿੰਦੇ ਬੜੇ ਬਲ ਛਲ ਕੀਤੇ ਨੇ। ਬਾਬਾ ਕਬੀਰ ਸਾਹਿਬ ਜੀ ਨੇ ਆਖਿਆ, ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੈ। ਕਹਿ ਕਬੀਰ ਕੋਈ ਨਹੀਂ ਤੇਰਾ, ਹਿਰਦੇ ਰਾਮ ਸੰਭਾਰ ਸਵੇਰਾ। ਬਾਬਾ ਕਬੀਰ ਸਾਹਿਬ ਜੀ ਨੇ ਆਖਿਆ, ਜਿਨ੍ਹਾਂ ਵਾਸਤੇ ਇੰਨਾ ਕੁਝ ਕਰ ਰਹੇ ਹਾਂ, ਇੰਨੇ ਪ੍ਰਪੰਚ ਕਰ ਰਹੇ ਹਾਂ, ਜਿਨ੍ਹਾਂ ਵਾਸਤੇ ਲੁਟਾ ਰਿਹਾ ਕਿ ਇਹ ਕਹਿਣ ਕਿ ਕਿਆ ਬਾਤ ਹੈ, ਸਾਨੂੰ ਕੋਈ ਕਮੀ ਨਹੀਂ ਆਈ। ਦੋਨੇ ਪੱਖ ਨੇ। ਇੱਕ ਪਾਸੇ ਮਿਹਨਤ ਹੈ, ਮੁਸ਼ੱਕਤ ਹੈ, ਤੇ ਜਿੱਥੇ ਮਿਹਨਤ ਹੈ ਨਾ, ਗੁਰੂ ਕੀ ਬਾਣੀ ਨੇ ਬੜਾ ਪਿਆਰਾ ਆਖਿਆ, ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਦਨ, ਲੀਪ ਆਵੇ ਚਾਓ। ਕਹਿਣ ਲੱਗੇ ਮੋਤੀਆਂ ਦੇ ਮਹਿਲ ਹੋਣ, ਉਹਦੇ ਚੋਂ ਕਸਤੂਰ ਦੀਆਂ ਸੁਗੰਧਾਂ ਹੁੰਦੀਆਂ ਹੋਣ, ਇੰਨੀ ਅਮੀਰੀ ਹੋਵੇ, ਤੇ ਉਹਨੂੰ ਰੱਬ ਚੇਤੇ ਹੋਵੇ ਤੇ ਉਹ ਪ੍ਰਵਾਨ ਹੈ। ਤੇ ਰੱਬ ਭੁੱਲਿਆ ਹੋਵੇ, ਮੁਸ਼ੱਕਤ ਜੀਵਨ 'ਚ ਨਾ ਹੋਵੇ, ਬੇਈਮਾਨੀ ਹੋਵੇ,
ਤੇ ਬਾਬਾ ਕਬੀਰ ਸਾਹਿਬ ਜੀ ਨੇ ਆਖਿਆ ਹੌਲੀ ਹੌਲੀ ਕਰਕੇ ਤਨ ਛਿੱਝ ਜਾਂਦਾ ਹੈ। ਇੱਦਾਂ ਦਾ ਸਮਾਂ ਆ ਜਾਂਦਾ ਓਕ ਕਰੇ ਬੁੱਕ ਕਰੇ ਤੇ ਕੋਈ ਪਾਣੀ ਦੀ ਘੁੱਟ ਵੀ ਪਿਉਣ ਵਾਸਤੇ ਤਿਆਰ ਨਹੀਂ ਹੁੰਦਾ। ਨਵੇਰਾ ਤੇ ਅੰਤ ਜੀਤ ਹੀ ਹੈ। ਥੈਲੀ ਸੰਚੋ ਸ਼ਰਮ ਕਰੋ, ਇੰਨੀ ਮਿਹਨਤ ਕਰਦਾ, ਇੰਨੀ ਘਾਲਣਾ ਘਲਦਾ ਇਸ ਥੈਲੀ ਨੂੰ ਭਰਨ ਵਾਸਤੇ। ਥਾਕ ਪਰੋਗਾ ਵਾਰ, ਐ ਥੱਕ ਜਾਂਦਾ, ਕਹਿਣ ਲੱਗਾ ਹੁਣ ਵਾਹ ਕੋਈ ਨਹੀਂ। ਫਿਰ ਗਣਾਉਂਦਾ ਇੰਨਾ ਕੁਝ ਕੀਤਾ, ਇੰਨਾ ਕੁਝ ਕੀਤਾ, ਪਰ ਜੋ ਕਰਨਾ ਸੀ ਉਹ ਨਹੀਂ ਨਾ ਕੀਤਾ। ਦੁਖੀ ਤੇ ਤਾਂ ਹੈ। ਜੇ ਇੱਦਾਂ ਸੁੱਖ ਆਉਣੇ ਹੁੰਦੇ ਤੇ ਇੰਨੇ ਵੱਡੇ ਬਾਦਸ਼ਾਹ ਅਮੀਰਾਂ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਉਹਨਾਂ ਕੋਲ ਹਰ ਇੱਕ ਉਹ ਵਸਤੂ ਹੈ। ਅਸੀਂ ਬਾਦਸ਼ਾਹ ਔਰੰਗਜ਼ੇਬ ਦਾ ਜ਼ਿਕਰ ਜਿਸ ਵੇਲੇ ਪੜ੍ਹਦੇ ਹਾਂ, ਔਰੰਗਾਬਾਦ ਦੀ ਧਰਤੀ ਤੇ ਆਖਰੀ ਸਮੇਂ ਤੇ ਪਿਆ। ਦਸ਼ਮੇਸ਼ ਪਾਤਸ਼ਾਹ ਜੀ ਦੇ ਕਲਮ ਬੰਦ ਕੀਤੇ ਹੋਏ ਬੋਲ ਉਹਦੇ ਸਾਹਮਣੇ ਪਏ ਨੇ। ਕਹਿਣ ਲੱਗੇ ਤੂੰ ਆਪਣੇ ਆਪ ਨੂੰ ਜੇਤੂ ਆਖਦਾ ਹੈ ਨਾ, ਪਰ ਇੰਨਾ ਕੁਝ ਹੁੰਦਿਆਂ ਹੋਇਆਂ ਵੀ ਤੂੰ ਹਾਰ ਗਿਆ ਤੇ ਸਾਰਾ ਕੁਝ ਵਾਰ ਕੇ ਵੀ ਮੈਂ ਜੇਤੂ। ਜੇ ਕੇਵਲ ਦੌਲਤ ਸ਼ੌਹਰਤ ਕਰਕੇ ਸਾਰਾ ਕੁਝ ਮਿਲਦਾ ਹੋਵੇ ਫਿਰ ਚੰਦ ਕੁ ਬੰਦੇ ਸੁਖੀ ਹੋਣ। ਪਰ ਬਾਬੇ ਦੀ ਬਾਣੀ ਨੇ ਆਖਿਆ ਇਹਨੇ ਇਕੱਠਾ ਕੀਤਾ, ਉਹਦੇ ਵਾਸਤੇ ਘਾਲਣਾ ਘਾਲੀ, ਥੱਕ ਗਿਆ। ਉਹ ਸਾਰਾ ਕੁਝ ਕਾਹਦੇ ਵਾਸਤੇ ਸੀ? ਤਨ ਦੇ ਸੁੱਖ ਵਾਸਤੇ ਤੇ ਸੁੱਖ ਸਹੂਲਤਾਂ ਤੱਕ ਸੀਮਤ। ਮਨ ਕੈ ਕਾਮ ਨ ਆਵਈ, ਅੰਤੇ ਔਸਰ ਬਾਰ। ਕਹਿਣ ਲੱਗੇ ਇਹ ਮਨ ਦੇ ਕੰਮ ਆਉਣ ਵਾਲੀ ਨਹੀਂ। ਕੀ ਕਰਨਾ ਚਾਹੀਦਾ ਹੈ? ਥਿਤ ਪਾਵੋ ਗੋਬਿੰਦ ਭਜੋ, ਸੰਤਾਂ ਕੀ ਸਿੱਖ ਲੇ। ਜਿਹੜੇ ਸਤ ਸੰਗੀ ਜਨ ਨੇ, ਸਾਹਿਬ ਕਹਿੰਦੇ ਉਹਨਾਂ ਦੀ ਸਿੱਖਿਆ ਲੈ। ਉਸ ਗੋਬਿੰਦ ਨੂੰ ਭਜ, ਉਹਨੂੰ ਚੇਤੇ ਕਰ, ਪਿਆਰੇ ਦੀ ਯਾਦ ਵਿੱਚ ਜੁੜ। ਪ੍ਰੀਤ ਕਰੋ ਸਦ ਏਕ ਸਿਉ, ਇੱਕ ਨਾਲ ਪ੍ਰੀਤ ਕਰ। ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਪ੍ਰੀਤ ਕਰ। ਯਾ ਸਾਚਾ ਅਸਨੇਹ, ਇਹ ਸੱਚਾ ਅਸਨੇਹ ਹੈ, ਸੱਚਾ ਪ੍ਰੇਮ ਹੈ। ਇੱਕ ਪਿਆਰੇ ਨਾਲ ਪ੍ਰੀਤ ਕਰਨੀ, ਹਜ਼ੂਰ ਕਹਿੰਦੇ ਇਹ ਸੱਚਾ ਪ੍ਰੇਮ ਹੈ। ਕਾਰਨ ਕਰਨ ਕਰਾਵਣੋ, ਕਿਉਂਕਿ ਉਹ ਸਾਰਾ ਕੁਝ ਕਰਨ ਵਾਲਾ ਹੈ। ਸਭ ਬਿਦ ਏਕੈ ਹਾਥ, ਸਾਰਾ ਕੁਝ ਉਹਦੇ ਹੱਥ ਵਿੱਚ ਹੈ। ਉਹ ਕਰਨ ਕਰਾਵਣ ਵਾਲਾ ਹੈ। ਜਿਤ ਜਿਤ ਲਾਵੋ ਤਿਤ ਤਿਤ ਲੱਗੈ, ਨਾਨਕ ਜੰਤ ਅਨਾਥ। ਤੇ ਜਿਹੜੇ ਉਸ ਮਾਲਕ ਤੋਂ ਸਖਣੇ ਨੇ, ਹਜ਼ੂਰ ਕਹਿੰਦੇ ਉਹ ਫਿਰ ਉਸ ਪਾਸੇ ਲੱਗਦੇ ਨੇ ਜਿਸ ਪਾਸੇ ਮਨ ਉਹਨਾਂ ਨੂੰ ਲੈ ਕੇ ਤੁਰਿਆ ਫਿਰਦਾ ਹੈ। ਜਿਹੜੇ ਇੱਕ ਮਾਲਕ ਦੀ ਭੈ ਭਾਵਨੀ ਵਿੱਚ ਨੇ, ਇੱਕ ਮਾਲਕ ਦੇ ਪ੍ਰੇਮ ਵਿੱਚ ਨੇ, ਉਹ ਕਰਦੇ ਨੇ ਜੋ ਉਹਨਾਂ ਦੇ ਮਾਲਕ ਨੂੰ ਚੰਗਾ ਲੱਗਦਾ ਹੈ। ਉਹ ਨਹੀਂ ਕਰਦੇ ਜੋ ਉਹਨਾਂ ਦੇ ਮਾਲਕ ਨੂੰ ਚੰਗਾ ਨਹੀਂ ਲੱਗਦਾ। ਗੁਰੂ ਕਿਰਪਾ ਕਰੇ, ਬਚਨ ਹਿਰਦਿਆਂ 'ਚ ਵਸ ਜਾਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।